ਹੈਲੋ ਸਟੂਡੈਂਟਸ, ਟੀਵੀ ਸਕੂਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਤੁਹਾਨੂੰ ਯਾਦ ਹੋਏਗਾ ਕਿ ਆਪਾਂ ਸਟਾਰਟ ਕੀਤਾ ਸੀ ਇੱਕ ਯੂਨਿਟ ਜਿਹਦਾ ਨਾਮ ਹੈ ਐਟਮਸ ਐਂਡ ਨਿਊਕਲੀਆਈ, ਜੋ ਕਿ ਕਲਾਸ +2 ਦਾ ਹੈ। ਉਹਦੇ ਵਿੱਚ ਆਪਾਂ ਪਹਿਲਾ ਚੈਪਟਰ ਸ਼ੁਰੂ ਕਰ ਚੁੱਕੇ ਹਾਂ ਜਿਸ ਦਾ ਨਾਮ ਹੈ ਐਟਮਸ। ਸੋ ਫਿਲਹਾਲ ਆਪਾਂ ਉਹਦੇ ਹਜੇ ਤੱਕ 2 ਲੈਕਚਰਸ ਹੀ ਦੇਖੇ ਹਨ। ਸੋ ਉਹਨਾਂ ਦੋਨੋਂ ਲੈਕਚਰਸ ਦੇ ਵਿੱਚ ਆਪਾਂ ਸਭ ਤੋਂ ਪਹਿਲੇ ਥੌਮਸਨਸ ਮਾਡਲ ਦੇ ਬਾਰੇ ਪੜ੍ਹਿਆ, ਥੌਮਸਨਸ ਮਾਡਲ ਆਫ ਐਟਮ। ਉਸ ਤੋਂ ਬਾਅਦ ਆਪਾਂ ਰਦਰਫੋਰਡ ਸਕੈਟਰਿੰਗ ਐਕਸਪੈਰੀਮੈਂਟ ਦੇਖਿਆ, ਜੋ ਕਿ ਬਹੁਤ ਇੰਪੋਰਟੈਂਟ ਐਕਸਪੈਰੀਮੈਂਟ ਹੈ ਬਿਕੋਜ਼ ਉਹਦੇ ਥਰੂ ਹੀ ਆਪਾਂ ਨੂੰ ਪਤਾ ਲੱਗਦਾ ਹੈ ਕਿ ਜੋ ਨਿਊਕਲੀਅਸ ਹੈ ਐਕਚੁਅਲ ਦੇ ਵਿੱਚ ਉਹ ਐਗਜ਼ਿਸਟ ਕਰਦਾ ਹੈ, ਜਾਂ ਫਿਰ ਆਪਾਂ ਬੋਲ ਸਕਦੇ ਹਾਂ ਕਿ ਨਿਊਕਲੀਅਸ ਦੀ ਡਿਸਕਵਰੀ ਦੇ ਬਾਰੇ ਜੋ ਇੱਕ ਮੋਸਟ ਇੰਪੋਰਟੈਂਟ ਐਕਸਪੈਰੀਮੈਂਟ ਕੀਤਾ ਗਿਆ ਸੀ ਉਹ ਸੀ ਰਦਰਫੋਰਡ ਸਕੈਟਰਿੰਗ ਐਕਸਪੈਰੀਮੈਂਟ। ਦੈਨ ਉਸ ਤੋਂ ਬਾਅਦ ਆਪਾਂ ਕੁਝ ਹੋਰ ਇੰਪੋਰਟੈਂਟ ਟਰਮਸ ਪੜ੍ਹੀਆਂ ਸੀ, ਜਿਹਦੇ ਵਿੱਚੋਂ ਇੱਕ ਸੀ ਇੰਪੈਕਟ ਪੈਰਾਮੀਟਰ ਔਰ ਇੱਕ ਸੀ ਡਿਸਟੈਂਸ ਆਫ ਕਲੋਜ਼ੈਸਟ ਅਪਰੋਚ। ਦੈਨ ਇਹ ਕਰਨ ਤੋਂ ਬਾਅਦ ਆਪਾਂ ਫਿਰ ਰਦਰਫੋਰਡਸ ਐਟੋਮਿਕ ਮਾਡਲ ਮੀਨਸ ਉਹਦੇ ਜਿਹੜੇ ਬੇਸਿਕ ਫੀਚਰ ਸੀਗੇ, ਮੇਨ ਫੀਚਰਸ, ਉਹ ਪੜ੍ਹੇ। ਫੀਚਰਸ ਤੋਂ ਬਾਅਦ ਆਪਾਂ ਨਾਲ ਦੀ ਨਾਲ ਇਹ ਵੀ ਦੇਖਿਆ ਕਿ ਇਨ ਐਨ ਹਾਈਡਰੋਜਨ ਐਟਮ ਜੋ ਇੱਕ ਇਲੈਕਟ੍ਰੋਨ ਹੁੰਦਾ ਹੈ ਉਹਦੀ ਟੋਟਲ એનર્ਜੀ ਕਿੰਨੀ ਹੁੰਦੀ ਹੈ। ਸੋ ਫਿਲਹਾਲ ਆਪਾਂ ਹੁਣ ਤੱਕ ਇਹ ਸਾਰੀਆਂ ਚੀਜ਼ਾਂ ਇਸ ਵਿੱਚ ਕਰ ਚੁੱਕੇ ਹਾਂ। ਸੋ ਹੁਣ ਆਪਾਂ ਅੱਗੇ ਚੱਲਦੇ ਹਾਂ ਆਪਣੇ ਨੈਕਸਟ ਟੌਪਿਕ ਦੇ ਵੱਲ। ਨੈਕਸਟ ਟੌਪਿਕ ਹੈ ਆਪਣਾ ਅਟੋਮਿਕ ਸਪੈਕਟਰਾ। ਸੋ ਆਪਾਂ ਪਹਿਲੇ ਜਦ ਥੌਮਸਨਸ ਮਾਡਲ ਆਫ ਐਟਮ ਸ਼ੁਰੂ ਕੀਤਾ ਸੀ, ਸੋ ਉਹਦੇ ਵਿੱਚ ਆਪਾਂ ਲਿਮਿਟੇਸ਼ਨਸ ਵੀ ਕੀਤੀਆਂ ਸੀ। ਸੋ ਲਿਮਿਟੇਸ਼ਨਸ ਦੇ ਵਿੱਚੋਂ ਇੱਕ ਮੇਨ ਲਿਮਿਟੇਸ਼ਨ ਸੀ ਕਿ ਜਿਹੜਾ ਉਹ ਮਾਡਲ ਸੀ, ਇਟ ਕੁਡ ਨਾਟ ਐਕਸਪਲੇਨ ਦ origin ਆਫ spectral lines in case of hydrogen and other atoms। मतलब ਜਾਂ ਹਾਈਡਰੋਜਨ ਦੀ ਐਗਜ਼ਾਮਪਲ ਲਈਏ ਜਾਂ ਫਿਰ ਕਿਸੇ ਹੋਰ ਐਟਮ ਦੀ ਵੀ ਐਗਜ਼ਾਮਪਲ ਲਈਏ, ਉਹਦੇ ਕੇਸ ਦੇ ਵਿੱਚ ਕੀ ਹੈ, ਸਪੈਕਟਰਲ ਲਾਈਨਸ ਕੀ ਹੈ ਆਪਾਂ ਐਕਸਪੈਰੀਮੈਂਟਲੀ ਓਬਜ਼ਰਵ ਕੀਤੀਆਂ ਸੀ। ਸੋ ਜਿਹੜਾ ਥੌਮਸਨਸ ਮਾਡਲ ਹੈ ਉਹ ਉਹਨਾਂ ਦੇ origin ਬਾਰੇ, ਮਤਲਬ ਉਹ ਕਿਉਂ ਓਰੀਜਿਨੇਟ ਹੋ ਰਹੀਆਂ ਹਨ, ਉਹਨਾਂ ਦੇ ਪਿੱਛੇ ਕੀ ਕਾਰਨ ਹੈ, ਉਹਦੇ ਬਾਰੇ ਕੋਈ ਵੀ ਕੀ ਹੈ ਰੀਜ਼ਨ ਨਹੀਂ ਦੇ ਸਕਿਆ ਸੀ, ਕੋਈ ਜਸਟੀਫਿਕੇਸ਼ਨ ਨਹੀਂ ਦੇ ਸਕਿਆ ਸੀ ਆਪਾਂ ਨੂੰ। ਸੋ ਉਹੀ ਹੁਣ ਆਪਾਂ ਪੜ੍ਹਨ ਜਾ ਰਹੇ ਹਾਂ, ਦੈਟ ਇਜ਼ ਅਟੋਮਿਕ ਸਪੈਕਟਰਾ, ਕਿ ਅਟੋਮਿਕ ਸਪੈਕਟਰਾ ਕੀ ਹੈ। ਔਰ ਇਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਹਾਈਡਰੋਜਨ ਦੇ ਕੇਸ ਦੇ ਵਿੱਚ ਜੋ ਸਪੈਕਟਰਾ ਹੁੰਦਾ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ। ਸੋ ਆਪਣਾ ਟੌਪਿਕ ਹੈ ਅਟੋਮਿਕ ਸਪੈਕਟਰਾ। ਸੋ ਅਟੋਮਿਕ ਸਪੈਕਟਰਾ ਪੜ੍ਹਨ ਤੋਂ ਪਹਿਲੇ ਅਗਰ ਆਪਾਂ ਯਾਦ ਕਰੀਏ ਕਿ ਪਹਿਲੇ ਆਪਾਂ ਸਪੈਕਟਰਮ ਦੇ ਬਾਰੇ ਪੜ੍ਹਿਆ ਹੈ। ਕਿਹੜਾ ਸਪੈਕਟਰਮ? ਜਦ ਆਪਾਂ ਪ੍ਰਿਜ਼ਮ ਦੇ ਥਰੂ ਵਾਈਟ ਲਾਈਟ ਨੂੰ ਪਾਸ ਕਰਵਾਉਂਦੇ ਹਾਂ, ਦੈਨ ਦੈਟ ਵਾਈਟ ਲਾਈਟ ਉਹ ਕੀ ਹੈ, ਸਪਲਿਟ ਹੋ ਜਾਂਦੀ ਹੈ ਇਨਟੂ 7 ਕੰਸਟੀਟਿਊਐਂਟ ਕਲਰਸ। ਕੰਸਟੀਟਿਊਐਂਟ ਮੀਨਸ ਜਿਹੜੇ 7 ਰੰਗਾਂ ਦੇ ਨਾਲ ਵਾਈਟ ਲਾਈਟ ਬਣੀ ਹੋਈ ਹੈ, ਸੋ ਉਹ ਵਾਈਟ ਲਾਈਟ ਉਹਦੇ ਵਿੱਚ ਕੀ ਹੈ, ਸਪਲਿਟ ਹੋ ਜਾਂਦੀ ਹੈ। ਦੈਨ ਜਿਹੜਾ ਆਪਾਂ ਨੂੰ ਪੈਟਰਨ ਰਿਸੀਵ ਹੁੰਦਾ ਹੈ, ਜਿਹਨੂੰ ਆਪਾਂ ਵਿਬਗਿਓਰ ਬੋਲਦੇ ਹਾਂ, ਸੋ ਆਪਾਂ 10th ਕਲਾਸ ਦੇ ਵਿੱਚ ਤੁਸੀਂ ਜ਼ਰੂਰ ਪੜ੍ਹਿਆ ਹੋਏਗਾ, ਦੈਨ ਉਹਨੂੰ ਆਪਾਂ ਕੀ ਬੋਲਦੇ ਹਾਂ, ਦੈਟ ਇਜ਼ ਕਾਲਡ ਸਪੈਕਟਰਮ। ਸੋ ਹੁਣ ਆਪਾਂ ਗੱਲ ਕਰ ਰਹੇ ਹਾਂ ਅਟੋਮਿਕ ਸਪੈਕਟਰਾ। ਉਦੋਂ ਆਪਾਂ ਵਾਈਟ ਲਾਈਟ ਨੂੰ ਡਿਸਪਰਸ ਕਰਾਇਆ ਸੀ ਯੂਜ਼ਿੰਗ ਅ ਪ੍ਰਿਜ਼ਮ। ਹੁਣ ਆਪਾਂ ਕਿਸ ਚੀਜ਼ ਦੀ ਗੱਲ ਕਰ ਰਹੇ ਹਾਂ? ਅਟੋਮਿਕ ਸਪੈਕਟਰਾ ਮੀਨਸ ਐਟਮਸ ਦੇ ਥਰੂ ਜਿਹੜੀ ਆਪਣਾ ਐਟਮਸ ਜਿਹੜੇ ਆਪਾਂ ਨੂੰ ਸਪੈਕਟਰਾ ਦੇਣਗੇ। ਐਟਮਸ ਕੋਈ ਵੀ ਹੋ ਸਕਦੇ ਹਨ। ਸੋ ਆਪਾਂ ਜਨਰਲੀ ਕੀ ਹੈ, ਅਟੋਮਿਕ ਗੈਸ ਯੂਜ਼ ਕਰਦੇ ਹਾਂ ਜਾਂ ਫਿਰ ਵੇਪਰ ਫਾਰਮ ਦੇ ਵਿੱਚ ਵੀ ਕੀ ਹੈ ਉਸ ਚੀਜ਼ ਨੂੰ ਲੈ ਸਕਦੇ ਹਾਂ। ਸੋ ਅਟੋਮਿਕ ਗੈਸ ਜਾਂ ਫਿਰ ਵੇਪਰ ਫਾਰਮ ਦੇ ਵਿੱਚ ਜੋ ਆਪਣੇ ਕੋਲ ਸਪੈਸੀਮੈਨ ਹੋਏਗਾ, ਉਹਦਾ ਜਿਹੜਾ ਆਪਾਂ ਸਪੈਕਟਰਾ ਦੇਖਾਂਗੇ, ਉਹਨੂੰ ਅਬਜ਼ਰਵ ਕਰਾਂਗੇ, ਉਹਨੂੰ ਆਪਾਂ ਕੀ ਬੋਲਦੇ ਹਾਂ, ਦੈਟ ਇਜ਼ ਅਟੋਮਿਕ ਸਪੈਕਟਰਾ। ਔਰ ਅਬਜ਼ਰਵ ਕਿੱਥੇ ਕੀਤਾ ਜਾਂਦਾ ਹੈ? ਲਾਈਕ ਫੋਟੋਗ੍ਰਾਫਿਕ ਪਲੇਟ ਦੇ ਉੱਪਰ ਆਪਾਂ ਕੀ ਹੈ ਪੂਰਾ ਉਹਦਾ ਪੈਟਰਨ ਸਟੱਡੀ ਕਰਦੇ ਹਾਂ, ਸੋ ਦੈਟ ਇਜ਼ ਕਾਲਡ ਸਪੈਕਟਰਾ। ਦੈਨ ਹੁਣ ਅਟੋਮਿਕ ਸਪੈਕਟਰਾ ਵੀ ਕੀ ਹੈ, ਇਹ 2 ਤਰ੍ਹਾਂ ਦਾ ਹੁੰਦਾ ਹੈ। ਪਹਿਲੇ ਸਿੰਪਲ ਜੀ ਗੱਲ, ਅਟੋਮਿਕ ਸਪੈਕਟਰਾ ਮੀਨਸ ਜੋ ਕਿਸੇ ਅਟੋਮਿਕ ਗੈਸ ਜਾਂ ਅਟੋਮਿਕ ਵੇਪਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ, ਦੈਟ ਇਜ਼ ਕਾਲਡ ਸਪੈਕਟਰਾ। ਹੁਣ ਇਹਦੀਆਂ ਵੀ 2 ਟਾਈਪਸ ਹਨ, ਵਨ ਇਜ਼ ਐਬਜ਼ੌਰਪਸ਼ਨ ਸਪੈਕਟਰਾ ਐਂਡ ਸੈਕੰਡ ਇਜ਼ emission ਸਪੈਕਟਰਾ। ਸੋ ਫਰਸਟ ਵਨ ਐਬਜ਼ੌਰਪਸ਼ਨ ਸਪੈਕਟਰਾ ਐਂਡ ਸੈਕੰਡ ਵਨ ਕੀ ਹੈ, emission ਸਪੈਕਟਰਾ। ਸੋ ਐਬਜ਼ੌਰਪਸ਼ਨ ਔਰ emission वन बाय वन डिस्कस करिए। सब तो पहले की है ਐਬਜ਼ੌਰਪਸ਼ਨ ਸਪੈਕਟਰਾ। सो ਐਬਜ਼ੌਰਪਸ਼ਨ ਸਪੈਕਟਰਾ ਦੇ ਕੇਸ ਦੇ ਵਿੱਚ ਆਪਣੇ ਕੋਲ ਕੀ ਹੈ, ਲੈਟ ਅਸ ਟੇਕ ਆਪਣੇ ਕੋਲ ਵਾਈਟ ਲਾਈਟ ਹੈ, ਵਾਈਟ ਲਾਈਟ, ਔਰ ਆਪਾਂ ਉਹਨੂੰ ਪਾਸ ਕਰਵਾ ਰਹੇ ਹਾਂ ਗਿਵਨ ਸਪੈਸੀਮੈਨ ਦੇ ਥਰੂ। ਸਪੈਸੀਮੈਨ ਕਿਹੜਾ? ਮਤਲਬ ਜਿਹੜੀ ਵੀ ਆਪਾਂ ਅਟੋਮਿਕ ਗੈਸ ਲੈ ਰਹੇ ਹਾਂ ਜਾਂ ਫਿਰ ਉਹਦੀ ਵੇਪਰ ਫਾਰਮ ਲੈ ਰਹੇ ਹਾਂ, ਉਸ ਸਪੈਸੀਮੈਨ ਦੇ ਥਰੂ ਪਾਸ ਕਰਵਾਉਣਾ ਹੈ। ਬਟ ਉਹ ਕਿੱਦਾਂ ਦਾ ਸਪੈਸੀਮੈਨ ਹੈ? ਲਾਈਕ ਉਹ ਗੈਸ਼ੀਅਸ ਫਾਰਮ ਦੇ ਵਿੱਚ ਹੈ। ਕੋਈ ਵੀ ਐਗਜ਼ਾਮਪਲ ਲੈ ਸਕਦੇ ਹਾਂ, ਚਾਹੇ ਹਾਈਡਰੋਜਨ ਗੈਸ ਲੈ ਲਓ, ਹੀਲੀਅਮ ਲੈ ਲਓ। ਸੋ ਆਪਾਂ ਉਹ ਸਪੈਸੀਮੈਨ ਲਿਆ ਹੈ, ਬਟ ਦੈਟ ਗੈਸ ਇਜ਼ ਕੂਲਡ, ਸੋ ਠੰਡੀ ਹੈ। ਸੋ ਮੈਂ ਇੱਥੇ ਲਿਖ ਰਹੀ ਹਾਂ ਕੂਲ ਗੈਸ। ਸੋ ਲੋ ਟੈਂਪਰੇਚਰ ਦੇ ਉੱਪਰ ਹੈ ਉਹ ਗੈਸ। ਸੋ ਵਾਈਟ ਲਾਈਟ ਨੂੰ ਆਪਾਂ ਕੀ ਕਰਵਾਇਆ, ਪਾਸ ਕਰਵਾਇਆ ਥਰੂ ਦਾ ਗਿਵਨ ਸਪੈਸੀਮੈਨ। ਸਪੈਸੀਮੈਨ ਕੋਈ ਵੀ ਅਟੋਮਿਕ ਗੈਸ ਹੋ ਸਕਦੀ ਹੈ। ਉਹਦੇ ਵਿੱਚ ਜਦੋਂ ਆਪਾਂ ਨੂੰ ਪਾਸ ਕਰਵਾਵਾਂਗੇ, ਦੈਨ ਆਪਣੇ ਕੋਲ ਕੀ ਹੈ, ਫੋਟੋਗ੍ਰਾਫਿਕ ਪਲੇਟ ਦੇ ਉੱਪਰ ਸਪੈਕਟਰਮ ਰਿਸੀਵ ਹੋਏਗਾ। ਸੋ ਇਨ ਦੈਟ ਕੇਸ ਆਪਣੇ ਕੋਲ ਜਿਹੜਾ ਸਪੈਕਟਰਮ ਆ ਰਿਹਾ ਹੈ ਉਹ ਕਿੱਦਾਂ ਦਾ ਹੁੰਦਾ ਹੈ,
दैट इज़ अ कंटिन्यूस स्पैक्ट्रम। ਉਹਦੇ ਵਿੱਚ ਕੀ ਹਨ ਉਸੇ ਤਰ੍ਹਾਂ ਕੀ ਹਨ ਡਿਫਰੈਂਟ 7 ਕਲਰਸ ਹੁੰਦੇ ਹਨ, ਜਿਵੇਂ ਕਿ ਆਪਾਂ ਪ੍ਰਿਜ਼ਮ ਦੇ ਕੇਸ ਦੇ ਵਿੱਚ ਦੇਖਿਆ ਸੀ ਜਦੋਂ ਵਾਈਟ ਲਾਈਟ ਪਾਸ ਕਰਨ ਤੇ 7 ਕਲਰਸ ਆਉਂਦੇ ਹਨ। ਬਟ ਡਿਫਰੈਂਸ ਕੀ ਹੈ ਇਹਦੇ ਵਿੱਚ ਹੋਰ ਵੀ ਕੀ ਹਨ ਡਾਰਕ ਬੈਂਡਸ ਹੁੰਦੇ ਹਨ। ਲਾਈਕ ਆਪਣੇ ਕੋਲ ਪੂਰਾ ਇੱਥੇ ਇਸ ਤਰ੍ਹਾਂ ਕੰਟੀਨਿਊ ਸਪੈਕਟਰਮ ਹੋਏਗਾ। ਸੋ ਪੂਰਾ ਆਪਣੇ ਕੋਲ ਇੱਥੇ ਕਲਰਡ ਸਪੈਕਟਰਮ ਜਿਹਦੇ ਵਿੱਚ ਕੀ 7 ਦੇ 7 ਰੰਗ ਹੋਣਗੇ, ਬਟ ਨਾਲ ਦੀ ਨਾਲ ਹੋਰ ਕੀ ਹੋਏਗਾ ਵਿੱਚ ਡਾਰਕ ਲਾਈਨਸ ਵੀ ਨਜ਼ਰ ਆਉਣਗੀਆਂ। ਜਨਰਲੀ ਉਹ ਕਿਸ ਤਰ੍ਹਾਂ ਹੁੰਦੀਆਂ ਹਨ ਵੈਰੀ ਕਲੋਜ਼। ਸੋ ਇਸ ਤਰ੍ਹਾਂ ਦਾ ਆਪਣੇ ਕੋਲ ਕੀ ਹੈ स्पैक्ट्रम आएगा। सो एक बार मैं फिर रिपीट करांगी। नीचे की है बिल्कुल एक कंटिन्यू स्पैक्ट्रम मीनस ਉਹਦੇ ਵਿੱਚ 7 ਦੇ 7 ਕਲਰ ਹਨ ਜਿਵੇਂ ਕਿ ਵਿਬਗਯੋਰ ਦੇ ਵਿੱਚ ਹੁੰਦੇ ਹਨ, ਔਰ ਉੱਪਰ ਵਿਚਕਾਰ ਕੀ ਹੋਣਗੀਆਂ ਲਾਈਨਸ ਹੋਣਗੀਆਂ, ਔਰ ਉਹ ਲਾਈਨਸ ਕਿਹੜੀਆਂ ਹੋਣਗੀਆਂ ਡਾਰਕ ਲਾਈਨਸ, ਮਤਲਬ ਉਹਨਾਂ ਨੂੰ ਆਪਾਂ ਬਲੈਕ ਕੰਸੀਡਰ ਕਰ ਸਕਦੇ ਹਾਂ, ਵਿਚਕਾਰ ਡਾਰਕ ਲਾਈਨਸ ਹੋਣਗੀਆਂ। ਸੋ ਇਹ ਸਪੈਕਟਰਾ ਇਹਨੂੰ ਆਪਾਂ ਬੋਲਦੇ ਹਾਂ ਅਬਜ਼ੌਰਪਸ਼ਨ ਸਪੈਕਟਰਾ। ਸੋ ਅਬਜ਼ੌਰਪਸ਼ਨ ਸਪੈਕਟਰਾ ਕਿਉਂ ਬੋਲਦੇ ਹਾਂ? ਹੁਣ ਵਾਈਟ ਲਾਈਟ ਜਦੋਂ ਆਪਾਂ ਪਾਸ ਕਰਵਾਉਂਦੇ ਹਾਂ ਥਰੂ ਐਨੀ ਪ੍ਰਿਜ਼ਮ, ਦੈਨ ਆਪਣੇ ਕੋਲ ਕੀ ਹੈ ਇੱਥੇ 7 ਕਲਰਸ ਵਾਲਾ ਸਪੈਕਟਰਮ ਆਉਂਦਾ ਹੈ। ਬਟ ਜਦੋਂ ਆਪਾਂ ਉਹਨੂੰ ਇੱਕ ਗੈਸ ਦੇ ਵਿੱਚੋਂ ਪਾਸ ਕਰਵਾਇਆ, ਦੈਨ ਜਿੱਥੇ ਜਿੱਥੇ ਆਪਣੇ ਕੋਲ ਬਲੈਕ ਲਾਈਨਸ ਆ ਰਹੀਆਂ ਹਨ, ਦੈਨ ਉਹ ਸਾਰੀਆਂ ਵੇਵਲੈਂਥਸ ਕਿਹਨੇ ਅਬਜ਼ੌਰਬ ਕਰ ਲਈਆਂ? ਉਹ ਸਾਰੀਆਂ ਵੇਵਲੈਂਥਸ ਅਬਜ਼ੌਰਬ ਕੀਤੀਆਂ ਨੇ ਇਸ ਗੈਸ ਨੇ। ਸੋ ਮਤਲਬ ਜਿੱਥੇ ਕਲਰ ਆਉਣਾ ਚਾਹੀਦਾ ਸੀ ਐਕਚੁਅਲ ਦੇ ਵਿੱਚ ਡਿਊ ਟੂ ਵਾਈਟ ਲਾਈਟ, ਬਟ ਇਸ ਗੈਸ ਕਰਕੇ ਕੀ ਹੈ ਉਹ ਸਾਰੀਆਂ ਵੇਵਲੈਂਥਸ, ਮਤਲਬ ਇੱਥੇ ਜਿਹੜਾ ਕਲਰ ਸੀ ਉਹ ਵਾਲੀ ਵੇਵਲੈਂਥ ਉਹਨੇ ਅਬਜ਼ੌਰਬ ਕਰ ਲਈ, ਨੈਕਸਟ ਅਗੇਨ ਉਹ ਵਾਲੀ ਵੇਵਲੈਂਥ ਵੀ ਗੈਸ ਨੇ ਅਬਜ਼ੌਰਬ ਕਰ ਲਈ, ਅਗੇਨ ਇਸੇ ਤਰ੍ਹਾਂ ਕਿੰਨੀਆਂ ਸਾਰੀਆਂ ਵੇਵਲੈਂਥਸ ਕੀ ਹਨ ਇਸ ਗੈਸ ਨੇ ਅਬਜ਼ੌਰਬ ਕਰ ਲਈਆਂ ਹਨ। ਦੈਟ ਇਜ਼ ਵਾਈ ਉੱਥੇ ਕਲਰ ਆਉਣ ਦੀ ਬਜਾਏ ਕੀ ਆਏਗਾ ਡਾਰਕ ਲਾਈਨ ਆਏਗੀ ਆਪਣੇ ਕੋਲ। ਸੋ ਐਕਚੁਅਲ ਦੇ ਵਿੱਚ ਕੀ ਹਨ ਬਹੁਤ ਕਲੋਜ਼ਲੀ ਸਪੇਸਡ ਇਹ ਲਾਈਨਸ ਹੁੰਦੀਆਂ ਹਨ, ਔਰ ਇਸੇ ਸਪੈਕਟਰਾ ਨੂੰ ਆਪਾਂ ਕੀ ਬੋਲਦੇ ਹਾਂ ਦੈਟ ਇਜ਼ ਕਾਲਡ ਅਬਜ਼ੌਰਪਸ਼ਨ ਸਪੈਕਟਰਾ। ਔਰ ਨਾਮ ਕਿੱਦਾਂ ਪਿਆ ਹੈ? ਬਿਕੋਜ਼ ਜਿਹੜੀ ਗੈਸ ਹੈ ਕੁਝ ਸਰਟਨ ਵੇਵਲੈਂਥਸ ਨੂੰ ਇਹਦੇ ਵਿੱਚੋਂ ਅਬਜ਼ੌਰਬ ਕਰ ਰਹੀ ਹੈ, ਦੈਟ ਇਜ਼ ਵਾਈ ਦ ਸਪੈਕਟਰਾ ਇਜ਼ ਦ ਅਬਜ਼ੌਰਪਸ਼ਨ ਸਪੈਕਟਰਾ। ਸੋ ਇਹਨੂੰ ਆਪਾਂ ਕੀ ਬੋਲਾਂਗੇ ਕੰਟੀਨਿਊ ਸਪੈਕਟਰਾ ਹੈ ਜਿਹਦੇ ਵਿੱਚ ਕਲਰਸ ਹਨ 7 ਕਲਰਸ ਹਨ, ਬਟ ਨਾਲ ਦੀ ਨਾਲ ਹੋਰ ਕੀ ਹਨ ਵਿੱਚ ਡਾਰਕ ਲਾਈਨਸ ਹਨ। ਸੋ ਦੈਟ ਇਜ਼ ਅਬਜ਼ੌਰਪਸ਼ਨ ਸਪੈਕਟਰਾ। ਹੁਣ ਐਮਿਸ਼ਨ ਸਪੈਕਟਰਾ। ਸੋ ਇਮਿਸ਼ਨ ਸਪੈਕਟਰਾ ਦੀ ਪਹਿਲੀ ਕੰਡੀਸ਼ਨ ਕੀ ਹੁੰਦੀ ਹੈ ਕਿ ਕੋਈ ਵੀ ਐਟੋਮਿਕ ਗੈਸ ਐਮਿਸ਼ਨ ਸਪੈਕਟਰਾ ਕਦੋਂ ਸ਼ੋ ਕਰੇਗੀ? ਜਦੋਂ ਜਿਹੜੇ ਐਟਮਸ ਹਨ ਉਹ ਕੀ ਹਨ ਐਕਸਾਈਟਡ ਸਟੇਟ ਦੇ ਵਿੱਚ ਹੋਣਗੇ। ਐਕਸਾਈਟਡ ਸਟੇਟ ਮੀਨਸ ਜਿਹੜੇ ਉਹਨਾਂ 'ਚ ਇਲੈਕਟ੍ਰੋਨਸ ਪ੍ਰੈਜ਼ੈਂਟ ਹਨ ਉਹ ਕੀ ਹਨ ਨਾਰਮਲ ਸਟੇਬਲ ਸਟੇਟਸ ਵਿੱਚ ਨਹੀਂ ਹਨ, ਮੀਨਸ ਉਹ ਹਾਇਰ ਸਟੇਟਸ ਦੇ ਵਿੱਚ ਉਸ ਟਾਈਮ ਤੇ ਪ੍ਰੈਜ਼ੈਂਟ ਹਨ। ਸੋ ਹਾਇਰ ਸਟੇਟਸ ਦੇ ਵਿੱਚ ਆਪਾਂ ਕਿਸ ਤਰ੍ਹਾਂ ਲੈ ਕੇ ਜਾ ਸਕਦੇ ਹਾਂ? ਮੀਨਸ ਹਾਇਰ ਔਰਬਿਟਸ ਦੇ ਵਿੱਚ ਕਿਸ ਤਰ੍ਹਾਂ ਲੈ ਕੇ ਜਾ ਸਕਦੇ ਹਾਂ? ਜਾਂ ਤਾਂ ਆਪਾਂ ਉਹਨੂੰ ਵੈਰੀ ਹਾਈ ਟੈਂਪਰੇਚਰ ਮਤਲਬ ਉਹਨੂੰ ਹੀਟ ਕਰੀਏ ਤਾਂ ਕਿ ਉਹਦਾ ਟੈਂਪਰੇਚਰ ਕੀ ਹੈ ਰਾਈਜ਼ ਹੋ ਸਕੇ। ਉਸ ਸਪੈਸੀਮਨ ਦਾ ਟੈਂਪਰੇਚਰ ਕੀ ਹੈ ਰਾਈਜ਼ ਕਰਵਾਉਣ ਦੇ ਲਈ ਉਹਨੂੰ ਆਪਾਂ ਹੀਟ ਕਰਾਂਗੇ, ਜਾਂ ਜਨਰਲੀ ਆਪਾਂ ਕੀ ਹੈ ਕੋਈ ਕਿਸੇ ਇੰਟੈਂਸਿਟੀ ਦੀ ਲਾਈਟ ਉਹਦੇ ਤੇ ਫਾਲ ਕਰਵਾ ਸਕਦੇ ਹਾਂ, ਉਹਦੇ ਨਾਲ ਵੀ ਕੀ ਹੈ ਜਿਹੜੇ ਇਲੈਕਟ੍ਰੋਨਸ ਹੋਣਗੇ ਹਾਇਰ ਔਰਬਿਟਸ ਦੇ ਵਿੱਚ ਚਲੇ ਜਾਣਗੇ। ਸੋ ਇਹ ਪਹਿਲੀ ਕੰਡੀਸ਼ਨ ਹੈ ਕਿ ਕੋਈ ਵੀ ਸਪੈਸੀਮਨ ਐਟੋਮਿਕ ਗੈਸ ਜਾਂ ਵੇਪਰ ਉਹ ਕੀ ਹੈ ਐਮਿਸ਼ਨ ਸਪੈਕਟਰਾ ਉਦੋਂ ਹੀ ਸ਼ੋ ਕਰੇਗੀ ਜਦੋਂ ਜਿਹੜੇ ਉਹਦੇ ਐਟਮਸ ਹੋਣਗੇ ਐਕਸਾਈਟਡ ਸਟੇਟਸ ਹੋਣਗੇ। ਸੋ ਆਪਾਂ ਮੰਨ ਲੈਂਦੇ ਹਾਂ ਕਿ ਆਪਣੇ ਕੋਲ ਇੱਕ ਗੈਸ ਹੈ, ਸੋ ਜੋ ਵੀ ਆਪਾਂ ਸਪੈਸੀਮਨ ਲੈ ਰਹੇ ਹਾਂ ਦੈਟ ਇਜ਼ ਹੌਟ। ਹੌਟ ਮੀਨਸ ਉਹਦਾ ਟੈਂਪਰੇਚਰ ਕੀ ਹੈ ਜ਼ਿਆਦਾ ਹੈ, ਉਹਨੂੰ ਹੀਟ ਅਪ ਕੀਤਾ ਗਿਆ ਹੈ, ਸੋ ਉਹਦਾ ਟੈਂਪਰੇਚਰ ਰਾਈਜ਼ ਕਰ ਦਿੱਤਾ ਗਿਆ ਹੈ ਸੋ ਦੈਟ ਜਿਹੜੇ ਉਹਦੇ ਵਿੱਚ ਐਟਮਸ ਹਨ ਉਹ ਕੀ ਹਨ ਐਕਸਾਈਟਡ ਸਟੇਟ ਦੇ ਵਿੱਚ ਹਨ। ਬਿਕੋਜ਼ ਜਦ ਐਕਸਾਈਟਡ ਸਟੇਟ ਦੇ ਵਿੱਚ ਹਨ ਤਾਂ ਸਟੇਬਲ ਸਟੇਟ ਅਟੇਨ ਕਰਨ ਦੇ ਲਈ ਜਿਹੜੇ ਇਲੈਕਟ੍ਰੋਨਸ ਜੰਪ ਕਰਕੇ ਹਾਇਰ ਔਰਬਿਟਸ ਗਏ ਸੀ ਉਹ ਇਲੈਕਟ੍ਰੋਨਸ ਜੰਪ ਕਰਕੇ ਦੁਬਾਰਾ ਤੋਂ ਲੋਅਰ ਔਰਬਿਟਸ ਦੇ ਵਿੱਚ ਵਾਪਸ ਆਉਣਗੇ। ਜਦੋਂ ਇਹ ਟ੍ਰਾਂਜੀਸ਼ਨ ਹੁੰਦੀ ਹੈ ਫਰੋਮ ਦਾ ਹਾਇਰ ਔਰਬਿਟ ਟੂ ਦਾ ਲੋਅਰ ਔਰਬਿਟ ਉਦੋਂ ਕੀ ਹੈ ਰੇਡੀਏਸ਼ਨ ਇਮਿਟ ਹੁੰਦੀ ਹੈ। ਸੋ ਆਪਾਂ ਨੂੰ ਕੀ ਹੈ ਸਪੈਕਟਰਮ ਨਜ਼ਰ ਆਉਂਦਾ ਹੈ। ਸੋ ਦੈਟ ਇਜ਼ ਵਾਈ ਇਹ ਕੰਡੀਸ਼ਨ ਹੁੰਦੀ ਹੈ ਕਿ ਪਹਿਲਾ ਜਿਹੜਾ ਸਪੈਸੀਮਨ ਆਪਾਂ ਲੈ ਰਹੇ ਹਾਂ ਉਹਦੇ 'ਚ ਜਿਹੜੇ ਐਟਮਸ ਹਨ ਉਹ ਐਕਸਾਈਟਡ ਸਟੇਟ ਹੋਣੇ ਬਹੁਤ ਜ਼ਰੂਰੀ ਹਨ। ਸੋ ਹੌਟ ਗੈਸ, ਸੋ ਆਫਟਰ ਡੀ-ਐਕਸਾਈਟੇਸ਼ਨ, ਸੋ ਆਫਟਰ ਡੀ-ਐਕਸਾਈਟੇਸ਼ਨ ਆਪਣੇ ਕੋਲ ਜਿਹੜਾ ਸਪੈਕਟਰਮ ਆਏਗਾ ਉਹਨੂੰ ਆਪਾਂ ਕੀ ਬੋਲਾਂਗੇ ਦੈਟ ਇਜ਼ emission spectra। ਸੋ emission ਕਿਉਂ? ਬਿਕੋਜ਼ ਜਿਹੜੇ ਇਲੈਕਟ੍ਰੋਨ ਸੀਗੇ ਹਾਇਰ ਸਟੇਟਸ ਦੇ ਵਿੱਚ ਸੀਗੇ ਉਹ ਜੰਪ ਕਰਕੇ ਨੀਚੇ ਵਾਲੀ ਸਟੇਟ ਤੇ ਆਏ, ਦੈਨ ਉਹਨਾਂ ਨੇ ਕੀ ਹੈ ਇਲੈਕਟ੍ਰੋਮੈਗਨੈਟਿਕ ਵੇਵਸ ਇਮਿਟ ਕਰਨੀਆਂ ਹਨ, ਇਲੈਕਟ੍ਰੋਮੈਗਨੈਟਿਕ ਵੇਵਸ। ਸੋ ਐਕਚੁਅਲ ਦੇ ਵਿੱਚ ਦੇ ਆਰ ਇਮਿਟਿੰਗ ਸਮ ਰੇਡੀਏਸ਼ਨ। ਕਿਸ ਫਾਰਮ ਦੇ ਵਿੱਚ ਰੇਡੀਏਸ਼ਨ ਇਮਿਟ ਹੋ ਰਹੀ ਹੈ? ਇਲੈਕਟ੍ਰੋਮੈਗਨੈਟਿਕ ਵੇਵ। ਸੋ ਕੁਝ ਫ੍ਰੀਕੁਐਂਸੀ ਜਾਂ ਵੇਵਸ ਉਹ ਇਮਿਟ ਕਰਨਗੇ। ਸੋ ਦੈਟ ਇਜ਼ ਵਾਈ ਇਸ ਸਪੈਕਟਰਾ ਨੂੰ ਆਪਾਂ ਐਮਿਸ਼ਨ ਸਪੈਕਟਰਾ ਬੋਲਦੇ ਹਾਂ। ਸੋ ਕੀ ਡਿਫਰੈਂਸ ਹੋਏਗਾ? ਸੋ ਇਹਦੇ ਵਿੱਚ ਜਿਹੜਾ ਬੈਕਗਰਾਊਂਡ ਹੋਏਗਾ ਉਹ ਬਿਲਕੁਲ ਬਲੈਕ ਹੋਏਗਾ, ਡਾਰਕ ਬੈਕਗਰਾਊਂਡ। ਸੋ ਇਹ ਸਾਰਾ ਕੀ ਹੋਏਗਾ ਬਿਲਕੁਲ ਬਲੈਕ। ਉਹਦੇ ਉੱਪਰ ਆਪਾਂ ਨੂੰ ਕੀ ਨਜ਼ਰ ਆਉਣਗੀਆਂ ਬ੍ਰਾਈਟ ਲਾਈਨਸ।
सो एक बार फिर रिपीट कर रही हाँ कि इमिशन स्पैक्ट्रा के केस दे विच जिहड़ा बैकग्राउंड होएगा डार्क होएगा बिल्कुल ब्लैक होएगा और उहदे उपर आपां नूं की हन डिस्टिंक्ट लाइनस अलग अलग तो नज़र आउणगीਆਂ। सो एज देखण नूं तां तुहानूं सेम लग रहा होएगा बट डिफरेंस इज कि उपर अब्जॉर्प्शन स्पैक्ट्रा दे विच की है देयर इज़ अ कंटिन्यू स्पैक्ट्रम जिहदे विच 7 दे 7 कलर्स होणगे और उपर अपने कोल की हन लाइनस हन। दीज लाइनस आर डार्क। सो उपर जिहड़ियां लाइनस सी ये डार्क सी बट हुण जो इमिशन स्पैक्ट्रा है इहदे विच जिहड़ी बैकग्राउंड है दैट इज़ डार्क बट जो उपर आपां नूं लाइनस नज़र आ रही हैं दीज आर द ब्राइट लाइनस। सो दिस इज इमिशन स्पैक्ट्रा। प्लस एक चीज़ होर अगर आप एग्जाम्पल ले लीए मान लो आप हीलियम की ही एग्जाम्पल ले ली वो आप अब्जॉर्प्शन स्पैक्ट्रा नूं और इमिशन स्पैक्ट्रा नूं आपस कंपेयर करिए दैन कंपेयर करन ते आपां की देखांगे कि इत्थे एब्जॉर्प्शन वालियां जिहड़ियां लाइनस हैं मतलब जिहड़ियां इत्थे आपां नूं स्पैक्ट्रल लाइनस नज़र आ रही हैं उत्थे उत्थे ही आउणगीਆਂ जिथे जिथे की है इमिशन स्पैक्ट्रा दे विच आपां नूं ब्राइट लाइनस नज़र आईयां हैं। सो इमिशन स्पैक्ट्रा दे विच जिथे जिथे आपने कोल ब्राइट लाइन नज़र आ रही है बिल्कुल एग्जैक्टली उसे पोजीशन ते की है उहदे अब्जॉर्प्शन स्पैक्ट्रा दे विच आपां नूं एक डार्क लाइन नज़र आएगी। सो बाकी एटम्स के लिए बाकी स्पेसीमेंस के लिए भी की है इदा ही होएगा। सो ये की हैं बेसिकली जिहड़े एटॉमिक स्पैक्ट्रा होंदे हैं दे एक्ट एज फिंगरप्रिंट्स इदा बोल दिता जाता है कि दे एक्ट एज फिंगरप्रिंट्स फॉर आइडेंटिफिकेशन ऑफ डिफरेंट एलीमेंट्स। मतलब आप डिफरेंट एलीमेंट्स के अगर अब्जॉर्प्शन स्पैक्ट्रा इमिशन स्पैक्ट्रा नूं स्टडी करांगे दैन उन्हां नूं देख के आप थोड़ा अंदाज़ा लगा सकते हाँ कि ये किहड़े एलीमेंट का या किहड़े एटम की गल की गई है या फिर स्पैक्ट्रा किहड़े एटॉमिक स्पेसीमेन का है। दैन इस तो बाद आप नैक्सट हुण गल करांगे हाइड्रोजन एटम के स्पैक्ट्रा बारे। सो अपना नैक्सट टॉपिक है उस तो बाद दैट इज स्पैक्ट्रल सीरीज़। सो हुण आपां गल करन जा रहे हैं अबाउट द स्पैक्ट्रा ऑफ हाइड्रोजन एटम। सो हाइड्रोजन एटम का आप स्पेसीमेन लिया सो आप गैशियस फॉर्म के लिया है दैन उहदा जो स्पैक्ट्रम है वो आप देखांगे किस तरह का हुंदा है। सो हुण जो मैं डायग्राम शो की है इत्थे जो स्पैक्ट्रा एक्चुअल दे विच शो किया है बोर्ड के उपर वो की है दैट इज़ द इमिशन लाइन इमिशन स्पैक्ट्रा ऑफ हाइड्रोजन। सो लाइन इमिशन स्पैक्ट्रा लाइन आप क्यों बोल देंगे हैं बिकॉज ये की हैं स्पैक्ट्रा दे विच लाइनस आर प्रेजेंट। सो जिवें कि मैं इत्थे शो किया होया है ये है हाइड्रोजन गैस का। सो हाइड्रोजन गैस का स्पेसीमेन आप लिया एक्चुअल हुंदा की है एक डिस्चार्ज ट्यूब दे विच आपां की है हाइड्रोजन गैस नूं इनक्लोज किया है दैन उन्होंने आप कनैक्ट करते हाँ टू द 2 टर्मिनल्स मीनस आप पोटेंशियल प्रोवाइड करते हाँ दैन आप स्पैक्ट्रा ऑब्जर्व करते हाँ थ्रू लाइक आप प्रिज्म भी यूज़ कर सकते हाँ या डायफ्रैक्शन ग्रेटिंग। सो वो थ्रू आप स्पैक्ट्रा की है एक फोटोग्राफिक प्लेट के उपर नोट करते हाँ। सो वही स्पैक्ट्रा मैं की है इत्थे एज सच शो किया है और एक केड़ा स्पैक्ट्रा है दैट इज़ द इमिशन स्पैक्ट्रा लाइन इमिशन स्पैक्ट्रा ऑफ हाइड्रोजन। सो ये तुसीं देख सकते हो कि कितनियां ही डिफरेंट लाइनस मैं इत्थे शो कीतियां हन प्लस जिहड़ियां लाइनस हैं। सो लाइनस नूं आपां की बोलते हैं लाइनस आर कॉल्ड द स्पैक्ट्रल लाइनस। स्पैक्ट्रल लाइनस तो अलावा अगर आप देखिए कि जिहड़ियां लाइनस है कुछ ग्रुप्स दे विच प्रेजेंट हैं। सो मैं डिफरेंट कलर्स दे नाल शो किया है एक ग्रुप नूं लाइक पहला ऑरेंज दैन ब्लू दैन अगे रेड पोर्शन दे नाल। सो ये कुछ नज़दीक प्रेजेंट हैं एक की हैं एक ग्रुप बना रही हैं। सो इस पूरे ग्रुप नूं आपां की बोल दिंदे हां दैट इज़ कॉल्ड अ स्पैक्ट्रल सीरीज़। सो 3 चीज़ां हैं वन इज़ द स्पैक्ट्रम इज़ दिस पूरा पार्ट इनू आप स्पैक्ट्रम बोलते हैं। लाइनस आर कॉल्ड स्पैक्ट्रल लाइनस लेकिन जो ग्रुप्स बने हुए हैं इन्होंने ग्रुप्स आप की बोलते हैं दीज आर कॉल्ड द स्पैक्ट्रल सीरीज़। और ऑल्सो आप ये भी देख सकते हैं कि हरेक सीरीज़ की है कि कंटीन्यूटी लाइक जो आप इधरों की इधर वाल मूव करिए जोड़ा उन्होंने विचकार डिस्टेंस है या फिर जी स्पेसिंग है वो भी की है नाल दी नाल घटती जा रही है। हुण सब तो पहले साइंटिस्ट सी उन्हों का नाम सी बाल्मर। सो सब तो पहले इन्होंने नोटिस किया स्पैक्ट्रल सीरीज़ नूं किहड़ी स्पैक्ट्रल सीरीज़ नूं जिहड़ी विजिबल रीजन दे विच लाई कर रही सी जो कि मैं इत्थे ब्लू दे नाल शो की हुई है। हुण विजिबल रीजन किहड़ा हुंदा है दैट कंटेन्स द 7 डिफरेंट कलर्स बिकॉज वो की आपां नूं विजिबल है वाइट लाइट जिहदे विच की 7 कलर्स प्रेजेंट हैं। सो वो वाला जिहड़ा पार्ट हुंदा है पूरे स्पैक्ट्रम दे विच उहनूं आपां बोलदे हां द विजिबल रीजन ऑफ द स्पैक्ट्रम। सो बाल्मर वाज अ साइंटिस्ट उन्होंने सब तो पहले स्पैक्ट्रल सीरीज़ नूं ऑब्जर्व किया और किहड़े रीजन दे विच ऑब्जर्व किया इन द विजिबल रीजन। सो ये वाली जिहड़ी स्पैक्ट्रल सीरीज़ है ये ऑब्जर्व की गई सी बाय द साइंटिस्ट बाल्मर और कॉरेस्पॉन्डिंगली ऊपर की है
ਵੇਵਲੈਂਥ ਸ਼ੋ ਕੀਤੀਆਂ ਗਈਆਂ ਹਨ, ਨੈਨੋਮੀਟਰਸ ਦੇ ਵਿੱਚ ਉਹਨਾਂ ਦੀ ਵੈਲਿਊ ਸ਼ੋ ਕੀਤੀ ਗਈ ਹੈ। ਸੋ ਸਟਾਰਟਿੰਗ ਫਰਮ ਦਿਸ ਪਾਰਟ, ਇੱਧਰ ਕੀ ਹੋਏਗਾ ਰੈੱਡ ਪੋਰਸ਼ਨ ਔਰ ਇੱਧਰ ਕੀ ਹੋਏਗਾ ਵਾਇਲਟ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵਿਬਗਿਓਰ, ਸੋ ਇਸੇ ਤਰ੍ਹਾਂ ਕੀ ਹਨ 7 ਕਲਰਸ ਇਸ ਤਰ੍ਹਾਂ ਪ੍ਰੈਜ਼ੈਂਟ ਹਨ ਆਲ ਓਵਰ ਦ ਸਪੈਕਟਰਮ, ਔਰ ਇਹ ਕੀ ਹਨ these are the spectral lines। ਸੋ ਜਸਟ ਮੈਂ ਫਰਸਟ ਵਨ ਔਰ ਲਾਸਟ ਵਨ ਉਹ ਵਾਲੀਆਂ ਵੇਵਲੈਂਥ ਸ਼ੋ ਕੀਤੀਆਂ ਹਨ। ਲਾਈਕ ਜੋ ਇੱਥੇ ਇੱਕ ਸਪੈਕਟਰਲ ਲਾਈਨ ਆ ਰਹੀ ਹੈ ਇਨ ਦ ਰੈੱਡ ਰੀਜਨ, ਉਹਨੂੰ ਮੈਂ ਸ਼ੋ ਕੀਤਾ ਹੈ 656.3 ਨੈਨੋਮੀਟਰਸ, ਔਰ ਇੱਧਰ ਜੋ ਵਾਇਲਟ ਪੋਰਸ਼ਨ 'ਚ ਆ ਰਹੀ ਹੈ ਦੈਟ ਇਜ਼ 364.6 ਨੈਨੋਮੀਟਰਸ, ਔਰ ਇਹਨੂੰ ਵੀ ਮੈਂ ਥੋੜਾ ਵੱਡਾ ਕਰਕੇ ਇੱਥੇ ਵੀ ਸ਼ੋ ਕੀਤਾ ਹੈ। ਸੋ ਇਨ ਬਿਟਵੀਨ ਵਾਲੀਆਂ ਮੈਂ spectral lines ਬਾਕੀ ਦੀਆਂ ਵੀ ਸ਼ੋ ਕੀਤੀਆਂ ਹਨ। Similarly 656.3 nanometers in the red portion, next portion 486.1 nanometer, ਇਹ ਕਿਹੜੇ portion 'ਚ ਹੋਏਗੀ blue green portion, then next portion 434.1 nanometer, ਇਹ ਵੀ ਅੱਗੇ violet portion 'ਚ and so on। ਸੋ ਇਸ ਤੋਂ ਅੱਗੇ ਕੀ ਹੈ ਬਾਲਮਰ ਰੀਜਨ ਦੇ ਵਿੱਚ, ਮਤਲਬ ਵਿਜ਼ੀਬਲ ਰੀਜਨ ਦੇ ਵਿੱਚ ਕੋਈ ਵੀ ਡਿਸਟਿੰਕਟ ਲਾਈਨ ਨਹੀਂ ਦੇਖੀ ਗਈ। ਅੱਗੇ ਦਾ ਜਿਹੜਾ ਸਪੈਕਟਰਮ ਹੋਏਗਾ ਉਹ ਕੀ ਹੋਏਗਾ ਕੰਟੀਨਿਊਸ ਹੋਏਗਾ ਔਰ ਫੇਡਡ ਹੋਏਗਾ। ਔਰ ਇਸੇ ਸਪੈਕਟਰਮ ਨੂੰ ਬਿਕੋਜ਼ ਇਹ ਕਿਹਦੇ ਦੁਆਰਾ ਦੇਖਿਆ ਗਿਆ ਸੀ, ਆਬਜ਼ਰਵ ਕੀਤਾ ਗਿਆ ਸੀ ਬਾय ਦ ਸਾਇੰਟਿਸਟ ਬਾਲਮਰ। ਸੋ ਇਸ ਸੀਰੀਜ਼ ਨੂੰ ਨਾਮ ਕੀ ਦਿੱਤਾ ਗਿਆ ਹੈ, ਦਿਸ ਇਜ਼ ਕਾਲਡ ਦ ਬਾਲਮਰ ਸੀਰੀਜ਼। ਸੋ ਇਹ ਜਿਹੜੀ ਮੈਂ ਇੱਥੇ ਸੀਰੀਜ਼ ਸ਼ੋ ਕੀਤੀ ਹੈ ਔਰ ਉਹਨੂੰ ਥੋੜਾ ਵੱਡਾ ਕਰਕੇ ਨੀਚੇ ਵੀ ਸ਼ੋ ਕੀਤਾ ਹੈ, that whole series is called the ਬਾਲਮਰ ਸੀਰੀਜ਼। ਔਰ ਨਾਲ ਹੀ ਮੈਂ ਇੱਥੇ ਹਰੇਕ ਸਪੈਕਟਰਲ ਲਾਈਨ ਨੂੰ ਕੁਛ ਨਾ ਕੁਛ ਨਾਮ ਦਿੱਤਾ ਹੋਇਆ ਹੈ। ਹੁਣ ਜਿਹੜੀ ਰੈੱਡ ਪੋਰਸ਼ਨ 'ਚ ਆ ਰਹੀ ਹੈ ਉਹਨੂੰ ਮੈਂ ਲਿਖਿਆ ਹੈ H ਅਲਫਾ, ਦੈਨ ਨੈਕਸਟ ਜਿਹੜੀ ਬਲੂ ਗ੍ਰੀਨ ਰੀਜਨ 'ਚ ਹੋਏਗੀ H ਬੀਟਾ, ਦੈਨ ਵਾਇਲਟ ਰੀਜਨ ਵਾਲੀ H ਗਾਮਾ ਐਂਡ ਸੋ ਔਨ। ਸੋ ਦਿਸ ਇਜ਼ ਦ ਫਰਸਟ ਸੀਰੀਜ਼ ਜੋ ਸਭ ਤੋਂ ਪਹਿਲੇ ਮੀਨਸ ਕੀ ਹੈ ਡਿਸਕਵਰ ਕੀਤੀ ਗਈ ਜਾਂ ਫਿਰ ਦੇਖੀ ਗਈ ਕਿਹਦੇ ਦੁਆਰਾ ਬਾਲਮਰ ਸੀਰੀਜ਼। ਸੋ ਇਸ ਤੋਂ ਬਾਅਦ ਹੋਰ ਵੀ ਕਾਫੀ ਸਾਇੰਟਿਸਟ ਸੀ ਜਿਨ੍ਹਾਂ ਨੇ ਬਾਕੀ ਦੀਆਂ ਜਿਹੜੀਆਂ ਸੀਰੀਜ਼ ਸੀ ਇਨ ਦਾ ਹਾਈਡਰੋਜਨ ਸਪੈਕਟਰਮ ਉਹਨਾਂ ਨੇ ਆਬਜ਼ਰਵ ਕੀਤੀਆਂ। ਸੋ ਉਹਨਾਂ ਦੇ ਨਾਮ ਤੇ ਹੀ ਕੀ ਹਨ ਡਿਫਰੈਂਟ ਸੀਰੀਜ਼ ਦੇ ਨਾਮ ਪਏ ਹੋਏ ਹਨ। ਸੋ ਉਹਦੀ ਗੱਲ ਕਰਨ ਤੋਂ ਪਹਿਲੇ ਬਾਲਮਰ ਜੋ ਬਾਲਮਰ ਸਾਇੰਟਿਸਟ ਸੀ ਇਹਨਾਂ ਨੇ ਇੱਕ ਫਾਰਮੂਲਾ ਦਿੱਤਾ। ਫਾਰਮੂਲਾ ਸੀ 1/λ is equal to r 1/2 square minus 1/n square। r ਦੀ ਵੈਲਿਊ ਕੀ ਹੈ ਇੱਥੇ 1.097 into 10 raised to power 7 ਮੀਟਰ ਇਨਵਰਸ। ਹੁਣ 1/λ ਕੀ ਹੈ, ਲੈਮਡਾ ਕੀ ਹੈ ਵੇਵਲੈਂਥ ਹੈ। ਵੇਵਲੈਂਥ ਕਿਹੜੀ ਹੈ, ਜਿਸ ਵੀ ਸਪੈਕਟਰਲ ਲਾਈਨ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੀ ਵੇਵਲੈਂਥ ਕਿੱਦਾਂ ਕੈਲਕੂਲੇਟ ਕਰ ਸਕਦੇ ਹਾਂ, is equal to r। r is a constant ਜਿਹਦੀ ਵੈਲਿਊ ਮੈਂ ਇੱਥੇ ਲਿਖੀ ਹੈ 1.097 into 10 raised to power 7। ਇਹਨੂੰ ਆਪਾਂ ਰਿਡਬਰਗ ਬੋਲਦੇ ਹਾਂ, ਰਿਡਬਰਗ ਕਾਂਸਟੈਂਟ। 1/2 square minus 1/n square। ਸੋ ਇਹ ਫਾਰਮੂਲਾ ਦਿੱਤਾ ਗਿਆ ਸੀ ਬਾय ਬਾਲਮਰ ਵੇਅਰ n ਕੀ ਹੈ, n is an integer। ਸੋ ਇੰਟੀਜਰ ਦੀਆਂ ਵੈਲਿਊਜ਼ ਕਿੱਥੋਂ ਦੀ ਕਿੱਥੇ ਤੱਕ ਲੈ ਕੇ ਜਾ ਸਕਦੇ ਹਾਂ ਆਪਾਂ। ਸੋ 3 ਤੋਂ ਸਟਾਰਟ ਕਰਾਂਗੇ ਅਪ ਟੂ ਸੋ ਔਨ। ਸੋ ਇੱਥੇ 2 ਸਕੁਆਇਰ ਹੈ, ਇੱਥੇ ਆਪਾਂ ਜਿਹੜੀਆਂ ਵੈਲਿਊਜ਼ ਪੁੱਟ ਕਰਾਂਗੇ ਉਹ ਸਾਰੀਆਂ ਕਿਹੜੀਆਂ ਆਣਗੀਆਂ, ਦੇ ਵਿਲ ਬੀ ਸਟਾਰਟਿੰਗ ਫਰੋਮ 3 ਔਨਵਰਡਸ। ਸੋ ਅਗਰ ਇਹ ਤੁਹਾਨੂੰ ਕਲੀਅਰ ਹੋਏ ਤਾਂ ਹੁਣ ਆਪਾਂ ਨੈਕਸਟ ਚੱਲੀਏ। ਬਿਕੋਜ਼ ਬਾਲਮਰ ਸੀਰੀਜ਼ ਦੀ ਆਪਾਂ ਗੱਲ ਕਰ ਚੁੱਕੇ ਹਾਂ। ਬਾਲਮਰ ਤੋਂ ਬਾਅਦ ਮੈਂ ਇੱਥੇ ਪੂਰਾ ਸੀਕੁਐਂਸ ਲਿਖਣ ਜਾ ਰਹੀ ਹਾਂ। 1 ਵਾਜ਼ ਲਾਈਮਨ, ਬਾਲਮਰ, ਪੈਸਟਨ, ਬ੍ਰੈਕਟ ਐਂਡ ਪੀਫੰਡ। ਸੋ ਇਹ ਸਾਰੇ ਸਾਇੰਟਿਸਟ ਦੇ ਨੇਮ ਹਨ ਔਰ ਇਹਨਾਂ ਦੇ ਨੇਮ ਤੇ ਹੀ ਕੀ ਹਨ ਸਾਰੀਆਂ ਸੀਰੀਜ਼ ਬਣੀਆਂ ਹਨ। ਜੋ ਇਹ ਫਰਸਟ ਸੀਰੀਜ਼ ਮੈਂ ਸ਼ੋ ਕੀਤੀ ਹੈ ਦੈਟ ਇਜ਼ ਦ ਲਾਈਮਨ ਸੀਰੀਜ਼। ਸੋ ਦਿਸ ਇਜ਼ ਲਾਈਮਨ ਸੀਰੀਜ਼। ਸੋ ਜਸਟ ਇੱਥੇ ਮੈਂ ਫਿਲਹਾਲ 3 ਹੀ ਸ਼ੋ ਕੀਤੀਆਂ ਹਨ। ਦਿਸ ਇਜ਼ ਲਾਈਮਨ ਸੀਰੀਜ਼, ਲਾਈਮਨ, ਬਾਲਮਰ, ਥਰਡ ਵਨ ਇਜ਼ ਦਿਸ ਇਜ਼ ਦ ਪੈਸਟਨ ਸੀਰੀਜ਼। ਸੋ ਇਹ ਕੀ ਹੈ ਪੈਸਟਨ ਸੀਰੀਜ਼। ਔਰ ਇਸੇ ਤਰ੍ਹਾਂ ਹਾਈਡਰੋਜਨ ਸਪੈਕਟਰਮ ਦੇ ਵਿੱਚ 2 ਹੋਰ ਸੀਰੀਜ਼ ਹਨ ਜਿਨ੍ਹਾਂ ਦਾ ਨਾਮ ਕੀ ਹੈ ਉਹਨਾਂ ਦੇ ਸਾਇੰਟਿਸਟ ਦੇ ਨੇਮ ਤੇ ਹੀ ਹੈ। ਵਨ ਇਜ਼ ਦ ਬ੍ਰੈਕਟ ਸੀਰੀਜ਼ ਐਂਡ ਵਨ ਇਜ਼ ਦ ਪੀਫੰਡ ਸੀਰੀਜ਼। ਸੋ ਯਾਦ ਰੱਖਾਂਗੇ ਆਪਾਂ ਲਾਈਮਨ, ਬਾਲਮਰ, ਪੈਸਟਨ, ਬ੍ਰੈਕਟ ਐਂਡ ਪੀਫੰਡ। ਸੋ ਸਿਮਿਲਰਲੀ ਜਿਸ ਤਰ੍ਹਾਂ ਇਹਦੇ ਵਿੱਚ ਆਪਾਂ ਫਾਰਮੂਲਾ ਦੇਖਿਆ ਹੈ, ਇੱਕ ਫਾਰਮੂਲਾ ਦਿੱਤਾ ਸੀ ਬਾਲਮਰ ਨੇ, ਉਸੇ ਤਰ੍ਹਾਂ ਹੁਣ ਜੋ ਲਾਈਮਨ ਸੀਰੀਜ਼ ਹੋਏਗੀ ਉਹਦੇ ਲਈ ਜਿਹੜਾ ਫਾਰਮੂਲਾ ਹੋਏਗਾ ਉਹ ਕੀ ਹੋਏਗਾ, ਫਾਰਮੂਲਾ ਹੋਏਗਾ 1/λ is equal to r times, ਇੱਥੇ ਆਪਾਂ ਲਿਖਾਂਗੇ 1/1 square minus 1/n square। ਬਾਲਮਰ ਦਾ ਆਪਾਂ ਨੂੰ ਪਤਾ ਹੈ ਆਲਰੇਡੀ 1/2 square minus 1/n square। Then again 1/λ is equal to r times 1/3 square minus 1/n square। So ਇਹ ਪੈਸਟਨ ਦਾ ਹੈ। So first one, second one, third one,
ब्रैकेट और पी फंड मैं इधर लिखन जा रही हाँ। ब्रैकेट दे लिए की होएगा 1 बाय लैम्डा इज इक्वल टू आर टाइम्स 1 बाय हुण आएगा 4 स्क्वायर माइनस 1 बाय n स्क्वायर एंड लास्टली पी फंड सीरीज दे लिए r टाइम्स 1 बाय 5 स्क्वायर माइनस 1 बाय n स्क्वायर। सो सेम ही पैटर्न है, जस्ट की वेरी कर रहा है इत्थे जो डिनोमीनेटर दे विच आपां इत्थे टर्म यूज़ कर रहे हाँ। सो लाइन वाइज अगर आप सीरीज़ नूं याद रखांगे लाइक लाइनमैन, बाल्मर, पैस्टन, ब्रैकेट, पी फंड, दैन आपां नूं इत्थे कन्फ्यूजन नहीं रहेगी। सो सब तो पहले आपां फॉर्मूले 1 स्क्वायर यूज़ किया है, नैक्सट आपां 2 स्क्वायर यूज़ किया है, दैन 3 स्क्वायर, दैन 4 स्क्वायर एंड 5 स्क्वायर। एक होर ध्यान देने वाली चीज़ जिहड़ी इहदे विच है वो की है कि इत्थे जिहड़ी आपां n दी वैल्यूज़ पुट करनियां हन, किहड़ियां वैल्यूज़ पुट करांगे जो इत्थे नंबर लिखा है उस तो नैक्सट वैल्यूज़। लाइक इत्थे 1 स्क्वायर लिखा है, दैन n दी वैल्यू आपां की है 1 तो नैक्सट वैल्यूज़ पुट करांगे 2 3 4 5 अप टू सो ऑन। इत्थे 2 लिखा है, दैन n दी वैल्यूज़ किहड़ियां पुट करांगे 3 4 5 6 अप टू सो ऑन। सिमिलरली इत्थे 3 लिखा है, दैन इत्थे n दी वैल्यूज़ किहड़ियां पुट करांगे 4 5 6 अप टू सो ऑन और बाकी दी सीरीज़ दे लिए भी इसी तरह। फॉर एग्जाम्पल अगर आपां एक वेवलेंथ कैलकुलेट करनी होवे, सो कोई भी लै लीए, चलो आप लाइमन सीरीज़ दे लिए सो आप फर्स्ट फॉर्मूला लैन जा रहे हाँ, उहदे विच आपां n दी फर्स्ट वैल्यू पुट करके लैम्डा कैलकुलेट करिए, दैन अपने कोल जिहड़ी वैल्यू आएगी किहड़ी आएगी, दैट इज़ द वैल्यू ऑफ वेवलेंथ ऑफ द फर्स्ट स्पैक्ट्रल लाइन, बिकॉज एक ही है दैट इज़ द बाल्मर सीरीज़। सो बाल्मर सीरीज़ अगर आप लै रहे हाँ, दैन आप फॉर्मूला भी किहड़ा यूज़ करांगे बाल्मर सीरीज़। लाइमन सीरीज़ लवांगे दैन आप फॉर्मूला यूज़ करांगे फॉर लाइमन सीरीज। सो एक बार रिपीट करांगी। सो जो अपने को स्पैक्ट्रल लाइन्स हैं इन्हां दी की वेवलेंथ है, सब दी अपनी अपनी की वेवलेंथ है। सो लाइमन सीरीज दे विच जिहड़ा फॉर्मूला है n नूं जब मैं पुट करांगी 2 दैन इहदी वेवलेंथ आएगी, जब मैं n नूं नैक्सट वैल्यू पुट करांगी 3 दैन इहदी वेवलेंथ दी वैल्यू आएगी, जब नैक्सट वैल्यू पुट करांगी दैन अगली लाइन दी वेवलेंथ दी वैल्यू आएगी। सो एक मैं इत्थे करके शो कर रही हाँ। फॉर एग्जाम्पल अगर आपां बाल्मर सीरीज़ लईए, बाल्मर सीरीज़ के केस दे विच आपां जिहड़ी पहली स्पैक्ट्रल लाइन है इहदी वेवलेंथ कैलकुलेट करते हैं कि कितनी आ रही है। सो हुण मैं इत्थे की लिखिया है दैट इज़ फॉर्मूला किहड़ी सीरीज़ दे लई, बाल्मर सीरीज़ दे लई। सो आपां सब तो पहली लाइन जिहड़ी है इहदे लई आपां वेवलेंथ कैलकुलेट करांगे कि कितनी वेवलेंथ आ रही है। सो उहदे लई n नूं आपां की पुट करांगे, सब तो पहली अलाउड वैल्यू किहड़ी है 2 तो नैक्सट वालियां। सो सब तो पहली आप जी वैल्यू पुट कर सकते हैं दैट इज़ 3। सो अपने को फॉर्मूला आएगा 1 बाय लैम्डा इज आर की भी वैल्यू पुट करिए 1.097 इंटू 10⁻⁷। 1 बाय 2 स्क्वायर इज 1 बाय 4 माइनस 1 बाय हुण n नू पुट किया 3 का स्क्वायर की आएगा 9। सो अपने को 1 बाय लैम्डा इज इक्वल टू बाकी टर्म एज सच इत्थे एलसीएम लैंड पे। सो 9 इंटू 4 ऊपर की आएगा 9। सो तो एलसीएम आई थिंक पता होएगा, काफ़ी क्लासेस मतलब लोअर क्लासेस तो तुसी ये करते आ रहे हो। जस्ट मैं इत्थे की है नीचे एलसीएम लिया और ऊपर की है 4 नू इहदे नाल डिवाइड करांगे तो 9 आएगा, 9 नू इहदे नाल डिवाइड करांगे तो 4 आएगा। सो बहुत सिंपल है, 9 माइनस 4 इज 5। सो 1 बाय लैम्डा इज इक्वल टू 1.097 इंटू 10⁻⁷ इंटू 5 ओवर 36। उस तो बाद जो कैंसलिंग और पॉसिबल है वो कैंसलिंग भी आप कर सकते हैं। सो जस्ट नीचे वाली चीज़ भी अगर आप कर दिए, सिर्फ आप की है 656.3 नैनोमीटर्स। 1 बाय लैम्डा इज इक्वल टू 1097। अगर आप पॉइंट्स हटाइए 1 2 3 3 जीरोस, सो 3 जीरोस और इधरों भी की हैं 3 जीरोस कैंसल हो गई हैं। 1097 इंटू हुण इत्थे 4 जीरोस बच रही हैं। ये मैं इसलिए खोलिया है ताकि आप कैंसलिंग कर सकिए। ओवर की है 36। सो 2 दे टेबल के ऊपर 2 1 2 2 8 16 2 5 10 अगेन 2 9 18 एंड 2 5 10। देन एज सच होर अपनी कैंसलिंग नहीं हो रही है इत्थे। देन आप लिखांगे 1097 इंटू 5 इंटू 5 इंटू 5 125 इंटू 100 और ओवर की आ रहा है दैट इज 9। सो आप 9 के नाल डिवाइड करना है ऊपर वाली टर्म नू, जस्ट मल्टीप्लाई करिए अपने को आएगा 1097 मल्टीप्लाई बाय 125
5, so 7 5s are 35, 9 5s are 45, and 3 48, 5 1s are 5, 7 2s are 14, 9 2s are 18 plus 1 19, then 2 1s are 2, 7 1s are 7, 9 1s are 9, 1 0s are 0, and 1 1s are 1. So आपने को लाया 5, 12, 7 plus 1 8, 8 plus 4 is 12, 12 plus 9 is 20, 1 17. So अपनी कोल वैल्यू आ रही है 137,125 विद डबल जीरो। इनू आप डिवाइड करना है 9 दे नाल। 137,125 डबल जीरो डिवाइडेड बाय 9। सो आप इत्थे ही डिवाइड कर दईए। 9 नाल डिवाइड करन ते अपने कोल आएगा 9 1s are 9, सो इत्थे 4, 9 5s are 45, सो इत्थे 2, 9 2s are 18, then इत्थे 3, so 9 3s are 27, then again 5, then 9 6s are 54, इत्थे 1, 9 1s are 9, 9 1s are 9, 9 1s are 9 up to so on. So अपने को जो आंसर आ रहा है पॉइंट शिफ्ट करिए 1 2 3 4 5 6 1.523 into 10 raised to power 6. So just मैं पॉइंट शिफ्ट किया है 1 2 3 4 5 6. सो इन्हें छोटा किया नाल मैं 6 zeros यूज़ कीतियां. सो जस्ट लास्ट स्टैप रह चुका है. आई थिंक तुसी ये देख सकते हो कि 1/λ अपने कोल की आ रहा है इन्नी वैल्यू. सो दैट इज़ इन मीटर इनवर्स. सो इन्हों डिवाइड करन ते अगर तुसी खुद अपने घर भी चेक करो. सो डिवाइड करांगे बिकॉज आप लैम्डा कैलकुलेट करना है. दोनों साइड आप रेसिप्रोकल लवांगे. दैन लैम्डा अपने कोल कितना आएगा दैट इज़ 1 over दिस वैल्यू. सो हुण मैं इन्हू इत्थे शो ना करदे हुए बिकॉज ये चीज़ तुसी खुद चेक कर सकते हो. into 10 raised to power 6 आफ्टर डिवाइडिंग दिस आपने कोल लैम्डा एग्जैक्टली कितना आएगा जो भी मैं इत्थे लिखिया है दैट इज 656.3 बट इन नैनोमीटर्स. जब आप इत्थे डिवाइड करांगे आपने कोल वैल्यू आएगी मीटर्स दे विच. जस्ट उन्हों नैनोमीटर्स कन्वर्ट करना है. सो लैम्डा विल बी 656.3 नैनोमीटर्स. सो यही जो वेवलेंथ वैल्यू सी कीदी सी जो आप इत्थे सीरीज़ ड्रॉ कीती सी बालमर सीरीज़ ਉਹਦੇ ਵਿੱਚ ਜਿਹੜੀ ਪਹਿਲੀ ਸਪੈਕਟਰਲ ਲਾਈਨ ਸੀ ਉਹਦਾ ਲੈਮਡਾ ਆਪਣੇ ਕੋਲ ਇੰਨਾ ਹੀ ਸੀ. ਸੋ ਇਸ ਤਰ੍ਹਾਂ ਆਪਾਂ ਕੀ ਹੈ ਫਾਰਮੂਲਾ ਯੂਜ਼ ਕਰਕੇ ਉਹਦੇ ਵਿੱਚ ਡਿਫਰੈਂਟ ਇੰਟੀਜਰਸ ਪੁੱਟ ਕਰਕੇ ਆਪਾਂ ਜਿਹੜੀਆਂ ਵੀ ਸਪੈਕਟਰਲ ਲਾਈਨਸ ਵਿੱਚ ਆ ਰਹੀਆਂ ਹਨ ਉਹਨਾਂ ਦੀ ਆਪਾਂ ਵੇਵਲੈਂਥ ਕੈਲਕੂਲੇਟ ਕਰ ਸਕਦੇ ਹਾਂ. ਦੈਨ ਹੁਣ ਆਪਾਂ ਨੈਕਸਟ ਅਗਲੇ ਟੌਪਿਕ ਵੱਲ ਚੱਲੀਏ. ਸੋ ਆਪਣਾ ਨੈਕਸਟ ਟੌਪਿਕ ਹੈ atomic spectra ਤੋਂ ਬਾਅਦ that is the limitations of Rutherford's atomic model. ਸੋ ਆਪਾਂ Rutherford ਸਕੈਟਰਿੰਗ ਐਕਸਪੈਰੀਮੈਂਟ ਵੀ ਪੜ੍ਹਿਆ. ਉਹਦੇ ਵਿੱਚ ਆਪਾਂ ਕੁਝ ਮੇਨ ਫੀਚਰਸ ਦੇਖੇ ਕਿ ਕੀ ਫੀਚਰਸ Rutherford ਨੇ ਦੇਖੇ ਹਨ ਅਬਾਊਟ ਐਨ ਐਟਮ. ਸੋ ਉਹਦੇ ਵਿੱਚ ਕੀ ਪ੍ਰੈਜ਼ੈਂਟ ਹੋ ਸਕਦਾ ਹੈ. ਦੈਨ ਆਪਾਂ ਫੀਚਰਸ ਪੜ੍ਹੇ ਆਫ Rutherford's atomic model ਜਿਹਨੂੰ ਆਪਾਂ ਪਲੈਨੇਟਰੀ ਮਾਡਲ ਆਫ ਐਟਮ ਵੀ ਬੋਲ ਦਿੰਦੇ ਹਾਂ. ਦੈਨ ਹੁਣ ਆਪਾਂ ਕੀ ਹੈ ਕੁਝ ਉਹਦੀਆਂ ਲਿਮਿਟੇਸ਼ਨਸ ਦੇਖਾਂਗੇ. ਜਿਸ ਤਰ੍ਹਾਂ ਕਿ ਥੌਮਸਨਸ ਮਾਡਲ ਦੇ ਵਿੱਚ ਵੀ ਲਿਮਿਟੇਸ਼ਨ ਸੀ ਉਸੇ ਤਰ੍ਹਾਂ Rutherford atomic model ਦੇ ਵਿੱਚ ਵੀ ਕੀ ਹੈ ਕੁਝ ਲਿਮਿਟੇਸ਼ਨਸ ਹਨ. ਸੋ ਆਪਾਂ ਹੁਣ ਡਿਸਕਸ ਕਰੀਏ. ਸੋ ਲਿਮਿਟੇਸ਼ਨਸ ਆਫ Rutherford's atomic model. Atom model ही लिख देंगे हम या atomic model सेम ही गल है. So limitations. So पहले आप सोचिए कि Rutherford दे मॉडल दे विच आपां की मेन फीचर्स देखे सी. सो एक मोस्ट इंपॉर्टेंट फीचर की सी कि सेंटर दे विच की है सेंट्रल कोर दे विच न्यूक्लियस प्रेजेंट है और न्यूक्लियस दे विच ही की है ऑलमोस्ट ऑल द एंटायर मास ऑफ द एटम एंड द पॉजिटिव चार्ज वो की है उत्थे कंसनट्रेटेड हुंदा है. आस पास की हन ओदे इलैक्ट्रॉन्स रिवॉल्व कर रहे हैं इन सम ऑर्बिट्स. सो आस पास इलैक्ट्रॉन्स ओदे प्रेजेंट हैं और कितने इलैक्ट्रॉन्स प्रेजेंट हैं. सो टोटल नेगेटिव चार्ज इज इक्वल टू द टोटल पॉजिटिव चार्ज ਜਿਹੜਾ ਕਿ ਕਿੱਥੇ ਪ੍ਰੈਜ਼ੈਂਟ ਹੈ ਇਨਸਾਈਡ ਦਾ ਨਿਊਕਲੀਅਸ. ਸੋ ਇਸ ਤਰ੍ਹਾਂ ਜਿਹੜਾ ਐਟਮ ਐਜ਼ ਅ ਹੋਲ ਹੈ ਉਹ ਕੀ ਹੈ ਨਿਊਟਰਲ ਹੈ. ਸੋ ਜਿੰਨਾ ਪੋਜ਼ਿਟਿਵ ਚਾਰਜ ਉਨਾ ਹੀ ਨੈਗੇਟਿਵ ਚਾਰਜ. ਐਜ਼ ਅ ਹੋਲ ਐਟਮ ਕੀ ਹੋ ਗਿਆ ਨਿਊਟਰਲ ਹੋ ਗਿਆ. ਦੈਨ ਹੁਣ ਜਿਹੜੇ ਇਲੈਕਟ੍ਰॉन्स ਹਨ ਉਹ ਰਿਵੋਲਵ ਕਰ ਰਹੇ ਹਨ ਕੰਟੀਨਿਊਸਲੀ ਅਰਾਊਂਡ ਦਾ ਨਿਊਕਲੀਅਸ. ਸੋ ਅਕੋਰਡਿੰਗ ਟੂ ਕਲਾਸੀਕਲ ਇਲੈਕਟ੍ਰੋਮੈਗਨੈਟਿਕ ਥਿਊਰੀ ਕਿ ਹੁਣ ਜਿਹੜੇ ਇਲੈਕਟ੍ਰॉन्स ਹਨ ਬਿਕੋਜ਼ ਕੰਟੀਨਿਊਸਲੀ ਉਹ ਕੀ ਹਨ ਦੇ ਆਰ ਅੰਡਰ ਦਾ ਐਕਸ਼ਨ ਆਫ ਸੈਂਟਰੀਪੀਟਲ ਫੋਰਸ ਬਿਕੋਜ਼ ਉਹ ਕੀ ਹਨ ਸਰਕੂਲਰ ਮੋਸ਼ਨ ਕੀ ਹਨ ਫੋਲੋ ਕਰ ਰਹੇ ਹਨ. जब भी कोई बॉडी सर्कुलर मोशन फॉलो कर रही है दैन देयर इज़ अ फोर्स एक्टिंग ऑन दैट बॉडी जिन्हों आप बोलते हैं सेंट्रीपिटल फोर्स.
ਔਰ ਉਹਦੀ ਡਾਇਰੈਕਸ਼ਨ ਵੀ ਕੀ ਹੁੰਦੀ ਹੈ, that is towards the center of that circular path. So ਹੁਣ force present ਹੈ, that means ਜਿਹੜਾ ਬੋਡੀ, ਬਿਕੋਜ਼ ਇਸ ਟਾਈਮ ਆਪਾਂ ਕਿਹੜੀ ਬੋਡੀ ਦੀ ਗੱਲ ਕਰ ਰਹੇ ਹਾਂ, ਇਲੈਕਟ੍ਰੋਨ ਦੀ ਗੱਲ ਕਰ ਰਹੇ ਹਾਂ. ਸੋ ਇਲੈਕਟ੍ਰੋਨ ਕੀ ਹੈ, that is being accelerated. ਐਸਲਰੇਟਡ ਦਾ ਕੀ ਮਤਲਬ ਹੈ ਕਿ ਫੋਰਸ ਪ੍ਰੈਜ਼ੈਂਟ ਹੈ, ਸੈਂਟਰੀਪੀਟਲ ਫੋਰਸ ਇਜ਼ ਪ੍ਰੈਜ਼ੈਂਟ. ਸੋ ਜਿਹੜਾ ਇਲੈਕਟ੍ਰੋਨ ਹੈ ਉਹਦੀ ਕੀ ਹੋ ਰਹੀ ਹੈ, ਐਸਲਰੇਸ਼ਨ ਹੋ ਰਹੀ ਹੈ. ਦੈਨ ਅਕੋਰਡਿੰਗ ਟੂ ਕਲਾਸੀਕਲ ਇਲੈਕਟ੍ਰੋਮੈਗਨੈਟਿਕ ਥਿਊਰੀ, ਹੁਣ ਜਿਹੜੀ ਉਹਦੀ ਐਸਲਰੇਸ਼ਨ ਹੋ ਰਹੀ ਹੈ, ਡਿਊ ਟੂ ਦੈਟ ਰੀਜ਼ਨ ਜਿਹੜਾ ਇਲੈਕਟ੍ਰੋਨ ਹੈ ਇਟ ਮਸਟ radiate energy in the form of electromagnetic waves. So मैं की बोलिया ਹੁਣ तक इलेक्ट्रॉन की है रिवॉल्व कर रहा है, centripetal force is there. So main points ਇੱਥੇ मैं लिख रही ਹਾਂ, centripetal force is acting on the electron. So ਉਹਦੇ ਕਰਕੇ ਜੋ electron है, electron is accelerating. So according to the classical electromagnetic theory ਉਹਦੇ 'ਚ ਕੀ ਲਿਖਿਆ ਗਿਆ ਹੈ ਕਿ ਜਦ ਕੋਈ ਚਾਰਜਡ ਬੋਡੀ ਉਹ ਕੀ ਹੈ, ਐਸਲਰੇਟ ਕਰ ਰਹੀ ਹੈ, ਦੈਨ ਉਹ ਕੀ ਹੈ, એનર્ਜੀ ਰੇਡੀਏਟ ਕਰੇਗੀ. ਸੋ એનર્ਜੀ ਕੀ ਹੈ, ਰੇਡੀਏਟ ਕਰੇਗੀ ਇਨ ਦ ਫॉर्म ਆਫ electromagnetic waves. So it will radiate energy in the form of electromagnetic, so short लिखा है EM waves, electromagnetic waves. ਸੋ ਹੁਣ ਇਹਦਾ ਕੀ ਮਤਲਬ ਹੋਇਆ ਕਿ ਜਦ ਇਲੈਕਟ੍ਰੋਨ ਰਿਵੋਲਵ ਕਰ ਰਿਹਾ ਹੈ ਕੰਟੀਨਿਊਸਲੀ ਅਰਾਊਂਡ ਦ ਨਿਊਕਲੀਅਸ, ਉਹ ਹੌਲੀ ਕੀ ਹੈ, ਥੋੜੀ એનર્ਜੀ ਰੇਡੀਏਟ ਕਰਦਾ ਜਾ ਰਿਹਾ ਹੈ ਜਾਂ ਫਿਰ ਲੂਜ਼ ਕਰਦਾ ਜਾ ਰਿਹਾ ਹੈ. ਸੋ ਇਹਨੂੰ ਅਗਰ ਮੈਂ ਡਾਇਗਰਾਮੈਟਿਕਲੀ ਸ਼ੋ ਕਰਾਂ, ਦੇਖੋ ਸੈਂਟਰ 'ਚ ਨਿਊਕਲੀਅਸ ਔਰ ਬਾਹਰ ਕੀ ਹੈ, ਇਲੈਕਟ੍ਰੋਨ. ਮੰਨ ਲਓ ਪਹਿਲੇ ਇਲੈਕਟ੍ਰੋਨ ਇੱਥੇ ਹੈ, ਸੋ ਰਿਵੋਲਵ ਕਰ ਰਿਹਾ ਹੈ. ਸੋ ਐਕਚੁਅਲ 'ਚ ਬਿਲਕੁਲ ਸੈਂਟਰ 'ਚ ਨਿਊਕਲੀਅਸ ਹੋਣਾ ਚਾਹੀਦਾ ਹੈ. ਸੋ ਲੈਟ ਅਸ ਡਰਾ ਕਿ ਇੱਥੇ ਨਿਊਕਲੀਅਸ ਹੈ. ਸੋ ਅਗਰ ਉਹ એનર્ਜੀ ਕੀ ਹੈ ਲੂਜ਼ ਕਰ ਰਿਹਾ ਹੈ, ਨੈਕਸਟ ਟਾਈਮ ਕੀ ਹੈ ਉਹ ਬਿਲਕੁਲ ਇੱਥੇ ਨਹੀਂ ਆਏਗਾ. ਥੋੜੀ એનર્ਜੀ ਲੂਜ਼ ਕਰਨ ਦੀ ਵਜ੍ਹਾ ਨਾਲ ਆਪਣਾ ਪਾਥ ਚੇਂਜ ਕੀਤਾ ਉਹਨੇ, ਛੋਟੇ ਰੇਡੀਅਸ ਦੇ ਸਰਕੂਲਰ ਪਾਥ 'ਚ ਮੂਵ ਕਰ ਰਿਹਾ ਹੈ. ਦੈਨ ਅਗੇਨ ਇਸ ਤਰ੍ਹਾਂ એનર્ਜੀ ਰੇਡੀਏਟ ਕਰਦਾ ਇਟ ਮਸਟ ਐਟ ਵਨ ਪੁਆਇੰਟ ਫਾਲ ਇਨਟੂ ਦ ਨਿਊਕਲੀਅਸ. ਸੋ ਇਦਾਂ ਹੋਣਾ ਚਾਹੀਦਾ ਹੈ ਜੋ ਕਿ ਕਲਾਸੀਕਲ ਇਲੈਕਟ੍ਰੋਮੈਗਨੈਟਿਕ ਥਿਊਰੀ ਬੋਲ ਰਹੀ ਹੈ. ਸੋ ਇਸ ਤਰ੍ਹਾਂ ਹੀ ਆਪਾਂ ਸਾਰੇ ਐਰੋਜ਼ ਸ਼ੋ ਕਰ ਸਕਦੇ ਹਾਂ. ਸੋ ਮੈਂ ਹੁਣ ਤੱਕ ਇਹ ਗੱਲ ਕਹੀ ਹੈ ਕਿ ਜਿਹੜਾ ਇਲੈਕਟ੍ਰੋਨ ਹੈ ਅਕੋਰਡਿੰਗ ਟੂ ਕਲਾਸੀਕਲ ਇਲੈਕਟ੍ਰੋਮੈਗਨੈਟਿਕ ਥਿਊਰੀ, ਬਿਕੋਜ਼ ਉਹਦੀ ਐਸਲਰੇਸ਼ਨ ਹੋ ਰਹੀ ਹੈ, ਦੈਨ ਉਹ ਕੀ ਹੈ, ਇਟ ਮਸਟ ਰੇਡੀਏਟ ਸਮ એનર્ਜੀ, ਕੋਈ એનર્ਜੀ ਰੇਡੀਏਟ ਕਰੇਗਾ ਇਨ ਦ ਫॉर्म ਆਫ ਇਲੈਕਟ੍ਰੋਮੈਗਨੈਟਿਕ ਵੇਵਸ. ਸੋ ਅਗਰ એનર્ਜੀ ਲੂਜ਼ ਕਰ ਰਿਹਾ ਹੈ ਇਲੈਕਟ੍ਰੋਨ, ਦੈਨ ਉਹ ਕੀ ਹੈ, ਜਦੋਂ ਸਰਕੂਲਰ ਮੋਸ਼ਨ ਫੋਲੋ ਕਰ ਰਿਹਾ ਹੈ, ਨੈਕਸਟ ਟਾਈਮ ਉਹ ਕੀ ਹੋਏਗਾ, ਸੇਮ ਮੋਸ਼ਨ ਫੋਲੋ ਨਹੀਂ ਕਰੇਗਾ, ਮਤਲਬ ਸੇਮ ਪਾਥ 'ਚ ਨਹੀਂ ਜਾਏਗਾ, ਉਹ ਇੱਕ ਹੋਰ ਪਾਥ ਫੋਲੋ ਕਰੇਗਾ, ਛੋਟੇ ਰੇਡੀਅਸ ਵਾਲਾ, ਉਸ ਤੋਂ ਨੈਕਸਟ ਟਾਈਮ ਹੋਰ ਛੋਟੇ ਰੇਡੀਅਸ ਵਾਲਾ. ਸੋ ਇਸ ਤਰ੍ਹਾਂ ਕਰਦਾ ਹੋਇਆ ਕੀ ਹੈ, ਬਿਲਕੁਲ ਐਂਡ ਤੱਕ ਕੀ ਹੈ, ਨਿਊਕਲੀਅਸ ਦੇ ਵਿੱਚ ਜਾ ਕੇ ਕਲੈਪਸ ਹੋ ਜਾਏਗਾ. ਬਟ ਐਕਚੁਅਲ 'ਚ ਇੱਦਾਂ ਨਹੀਂ ਹੁੰਦਾ. ਆਪਾਂ ਨੂੰ ਪਤਾ ਹੈ ਕਿ ਜਿਹੜਾ ਮੈਟਰ ਹੈ ਐਸ ਸੱਚ ਐਗਜ਼ਿਸਟ ਕਰ ਰਿਹਾ ਹੈ, ਮੈਟਰ ਇਜ਼ ਸਟੇਬਲ. ਸੋ ਮੈਟਰ ਸਟੇਬਲ ਹੋਣ ਦਾ ਕੀ ਮਤਲਬ ਹੈ ਕਿ ਇਲੈਕਟ੍ਰੋਨ ਔਰ ਨਿਊਕਲੀਅਸ ਆਪਸ ਦੇ ਵਿੱਚ ਇਕੱਠੇ ਨਹੀਂ ਹੋ ਸਕਦੇ. ਸੋ ਇੱਥੇ ਕੀ ਹੈ, ਇੱਥੇ ਕੁਝ ਕਮੀ ਹੈ ਜਾਂ ਕੋਈ ਖਾਮੀ ਹੈ. ਸੋ ਦੈਟ ਇਜ਼ ਦ ਫਰਸਟ ਲਿਮਿਟੇਸ਼ਨ. ਸੋ ਜਨਰਲੀ ਬੁੱਕਸ ਦੇ ਵਿੱਚ ਇੱਕ ਇਹ ਲਿਮਿਟੇਸ਼ਨ ਦੀ ਹੀ ਗੱਲ ਕੀਤੀ ਜਾਂਦੀ ਹੈ, ਬਟ ਇੱਕ ਹੋਰ ਲਿਮਿਟੇਸ਼ਨ ਵੀ ਕੀ ਹੈ, ਉਹ ਲਿਮਿਟੇਸ਼ਨ ਕੀ ਹੈ, ਅਕੋਰਡਿੰਗ ਟੂ ਦਿਸ ਥਿਊਰੀ, ਅਕੋਰਡਿੰਗ ਟੂ ਕਲਾਸੀਕਲ ਇਲੈਕਟ੍ਰੋਮੈਗਨੈਟਿਕ ਥਿਊਰੀ, ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਫ੍ਰੀਕੁਐਂਸੀ ਹੈ, ਫ੍ਰੀਕੁਐਂਸੀ ਆਫ emitted electromagnetic wave must be equal to the frequency of revolving electron. So मतलब ਜਿਹੜਾ ਇਲੈਕਟ੍ਰੋਨ ਹੈ એનર્ਜੀ ਰੇਡੀਏਟ ਕਰ ਰਿਹਾ ਹੈ in the form of electromagnetic wave, ਸੋ ਉਹਦੀ ਜਿਹੜੀ ਫ੍ਰੀਕੁਐਂਸੀ ਹੋਏਗੀ ਉਹ ਕਿਹਦੇ ਬਰਾਬਰ ਹੋਏਗੀ, ਦ ਫ੍ਰੀਕੁਐਂਸੀ ਆਫ ਰੈਵੋਲੂਸ਼ਨ ਆਫ ਇਲੈਕਟ੍ਰੋਨ. ਮਤਲਬ ਇਲੈਕਟ੍ਰੋਨ ਰਿਵੋਲਵ ਕਰ ਰਿਹਾ ਹੈ, ਉਹਦੀ ਕੁਝ ਐਂਗੂਲਰ ਵੈਲੋਸਿਟੀ ਹੋਏਗੀ, ਦੈਨ ਉਹਦੀ ਕੁਝ ਫ੍ਰੀਕੁਐਂਸੀ ਵੀ ਹੋਏਗੀ, ਉਹ ਫ੍ਰੀਕੁਐਂਸੀ ਬਰਾਬਰ ਹੋਏਗੀ ਜਿਹੜੀ ਉਹ ਇਲੈਕਟ੍ਰੋਮੈਗਨੈਟਿਕ ਵੇਵ ਇਮਿਟ ਕਰ ਰਿਹਾ ਹੈ ਉਹਦੀ ਫ੍ਰੀਕੁਐਂਸੀ ਦੇ ਬਰਾਬਰ. ਬਟ ਅਗਰ ਇਸ ਤਰ੍ਹਾਂ ਅਸਲ ਵਿੱਚ ਹੋਵੇ, ਦੈਨ ਕੀ ਹੋਏਗਾ, ਜਿਹੜਾ ਇਲੈਕਟ੍ਰੋਨ ਹੈ ਕੰਟੀਨਿਊਸਲੀ ਆਪਣਾ ਕੀ ਹੈ ਪਾਥ ਚੇਂਜ ਕਰ ਰਿਹਾ ਹੈ, ਮੀਨਸ ਉਹਦੀ ਐਂਗੂਲਰ ਵੈਲੋਸਿਟੀ ਵੀ ਚੇਂਜ ਹੋ ਰਹੀ ਹੈ. ਐਂਗੂਲਰ ਵੈਲੋਸਿਟੀ ਚੇਂਜ ਹੋਣ ਦਾ ਮਤਲਬ ਉਹਦੀ फ्रीक्वेंसी भी चेंज हो रही है. सो ए फ्रीक्वेंसी चेंज होने का की मतलब है फ्रीक्वेंसी ऑफ इमिटेड इलेक्ट्रोमैग्नेटिक वेव भी चेंज होएगी. देन इन दिस केस अपने को ਜਿਹੜਾ स्पैक्ट्रम आना चाहिए है, सो ਜਿਹੜਾ एटॉमिक स्पैक्ट्रा पढ़िया वो कंटिन्यूस आना चाहिए सी. बट आप एक्सपेरिमेंटली हुणे की देखा है कि ਜਿਹੜਾ स्पैक्ट्रम है दैट इज नॉट अ कंटिन्यूस स्पैक्ट्रम, दैट इज अ लाइन स्पैक्ट्रम, बिकॉज ਆਪਾਂ ਨੂੰ ਵਿੱਚ ਕੀ ਹਨ, ਲਾਈਨਾਂ ਨਜ਼ਰ ਆਉਂਦੀਆਂ ਹਨ. ਸੋ ਇੱਕ ਹੋਰ ਇੱਥੇ ਕੀ ਹੈ ਆਪਣੇ ਕੋਲ ਕੰਟਰਾਡਿਕਸ਼ਨ ਆ ਰਹੀ ਹੈ ਕਿ ਇਹ ਚੀਜ਼ ਵੀ ਕੀ ਹੈ ਅਸਲ ਦੇ ਵਿੱਚ ਨਹੀਂ ਹੋ ਰਹੀ, ਐਕਸਪੈਰੀਮੈਂਟਲੀ ਆਪਾਂ ਇਹ ਚੀਜ਼ ਨਹੀਂ ਨੋਟ ਕੀਤੀ, ਐਂਡ ਆਲਸੋ ਇਹ ਚੀਜ਼ ਵੀ ਕੀ ਹੈ दैट इज आल्सो नॉट
ਜਸਟੀਫਾਈਡ। ਸੋ ਇਹ ਦੋਨੋਂ ਗੱਲਾਂ ਕੀ ਹਨ, that comes under the limitations of Rutherford's atomic model। ਸੋ ਫਰਸਟ ਕੀ ਸੀ that ਕਿ ਕੰਟੀਨਿਊਸਲੀ ਬਿਕੋਜ਼ ਐਸਲਰੇਟ ਹੋ ਰਿਹਾ ਹੈ ਇਲੈਕਟ੍ਰੋਨ, ਦੈਨ ਉਹ ਕੋਈ એનર્ਜੀ ਐਮਿਟ ਕਰ ਰਿਹਾ ਹੈ ਇਨ ਦ ਫਾਰਮ ਆਫ ਇਲੈਕਟ੍ਰੋਮੈਗਨੈਟਿਕ ਵੇਵ, ਦੈਨ ਇਟ ਮਸਟ ਕੋਲੈਪਸ। ਬਟ ਐਕਚੁਅਲਸ ਇੱਦਾਂ ਨਹੀਂ ਹੁੰਦਾ। ਸਿਮਿਲਰਲੀ ਕਿ ਜਿਹੜੀ ਫ੍ਰੀਕੁਐਂਸੀ ਆਫ ਰਿਵੋਲਿਊਸ਼ਨ ਆਫ ਇਲੈਕਟ੍ਰੋਨ ਹੈ that must be equal to frequency of emitted electromagnetic wave। ਬਟ ਇਹ ਵੀ ਆਪਾਂ ਐਕਸਪੈਰੀਮੈਂਟਲੀ ਦੇਖਿਆ ਹੈ ਕਿ ਇਹ ਪੋਸੀਬਲ ਨਹੀਂ ਹੈ ਬਿਕੋਜ਼ ਇਹਦੇ ਅਕੋਰਡਿੰਗਲੀ ਸਪੈਕਟਰਮ ਕੰਟੀਨਿਊਸ ਹੋਣਾ ਚਾਹੀਦਾ ਹੈ। ਬਟ ਆਪਾਂ ਜਿਹੜਾ ਸਪੈਕਟਰਮ ਹੁਣੇ ਸਟੱਡੀ ਕੀਤਾ ਉਹ ਕੀ ਹੁੰਦਾ ਹੈ, that is a ਲਾਈਨ ਸਪੈਕਟਰਮ। ਸੋ ਇਹ ਕੁਝ ਲਿਮਿਟੇਸ਼ਨ ਸੀ ਰੁਦਰਫੋਰਡਸ ਮਾਡਲ ਦੀਆਂ। ਸੋ ਫਿਲਹਾਲ ਅੱਜ ਦੇ ਲਈ ਆਪਾਂ ਇੰਨਾ ਹੀ ਕੰਮ ਕਰਾਂਗੇ। ਨੈਕਸਟ ਲੈਕਚਰ ਦੇ ਵਿੱਚ ਆਪਾਂ ਕੀ ਹੈ ਲਿਮਿਟੇਸ਼ਨਸ ਨੂੰ ਕਵਰ ਕਰਦੇ ਹੋਏ ਨੈਕਸਟ ਮਾਡਲ ਸ਼ੁਰੂ ਕਰਾਂਗੇ, that is the Bohr's model of hydrogen atom। ਸੋ ਫਿਲਹਾਲ ਅੱਜ ਇੰਨਾ ਹੀ। ਥੈਂਕ ਯੂ।